ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਉਹਦੇ ਭਵਨ ਦੇ ਵਿੱਚ ਆ ਕੇ ਉਹਦੀ ਪ੍ਰਸਤਿਸ਼, ਉਹਦੀ ਵਡਿਆਈ ਔਰ ਉਹਦੇ ਨਾਮ ਨੂੰ ਜਲਾਲ ਦੇ ਸਕੀਏ। ਹਾਲੇਲੂਇਆ। इंसान की कोई खूबी नहीं, कोई लियाकत नहीं, ये सिर्फ ਉਹਦਾ ਫਜ਼ਲ ਆ, ਉਹਦੀ ਕਿਰਪਾ ਆ, ਉਹਦਾ ਅਨੁਗ੍ਰਹਿ ਹੈ। ਜਦੋਂ इंसान ਤੇ ਹੁੰਦਾ ਆ ਤਾਂ ਪਰਮੇਸ਼ਰ ਆਪਣੇ ਬਲ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਔਰ ਆਪਣੀ ਸਾਮਰਥ ਦੇ ਨਾਲ ਸਭ ਨੂੰ ਸੰਭਾਲ ਕੇ ਰੱਖਦਾ ਆ। ਇਹ ਉਹਦੀ ਕਰੁਣਾ ਆ, ਉਹਦੀ ਦਇਆ ਆ, ਉਹਦੀ ਸਾਮਰਥ ਆ ਸਾਡੇ ਉੱਤੇ। ਪ੍ਰਭੂ ਸਾਨੂੰ ਇਸੇ ਤਰ੍ਹਾਂ ਆਪਣੀ ਮਹਿਮਾ ਦੇ ਲਈ, ਆਪਣੇ ਜਲਾਲ ਲਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਭ ਨੂੰ ਇਸਤੇਮਾਲ ਕਰੇ, क्योंकि ਉਹਦਾ ਜਲਾਲ ਜਿਹੜਾ ਆ ਉਹਨੂੰ ਮਿਲਣਾ ਚਾਹੀਦਾ ਆ, ਫਿਰ ਉਹ ਸਾਡੇ ਤੋਂ ਪ੍ਰਸੰਨ ਹੁੰਦਾ। ਹਾਲੇਲੂਇਆ। ਆइए वचन ਵਿੱਚ ਖਿਆਲ ਕਰਦੇ ਆ। ਵਚਨ ਵਿੱਚ ਯਹੋਨਾ ਦੀ ਅੰਜੀਲ ਚੈਪਟਰ 1 ਤੇ ਉਹਦੀ 1 ਐਤ ਨੂੰ ਦੇਖਾਂਗੇ। ਪਹਿਲਾਂ ਆਦਿ ਵਿੱਚ ਸ਼ਬਦ ਸੀ, ਆ ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਆ ਸ਼ਬਦ ਪਰਮੇਸ਼ਵਰ ਸੀ। ਇਹਦੇ ਨਾਲ ਹੀ ਤੁਸੀਂ ਯਹੋਨਾ ਦੀ ਅੰਜੀਲ ਚੈਪਟਰ 1 ਤੇ 49 ਵੀ ਪਲੀਜ਼ ਪੜ੍ਹਦੇ ਹੋ। ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ, ਅਤੇ ਅਸਾਂ ਉਹਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਲੁੱਟਾ। Praise the Lord, hallelujah। वचन की कहता है? वचन कहता कि आद विच शब्द सी, शब्द परमेश्वर दे संग दे शब्द ही परमेश्वर है। ये शब्द जेड़ा आ, फिर 14वीं ऐत कहता कि शब्द जेड़ा आ, ये जेड़ा परमेश्वर शब्द सीगा, यही शब्द जेड़ा आ ये देहधारी होया, एक इंसान का रूप लैके शब्द जेड़ा देहधारी होया, एक मनुख की शक्ल नूं उसने अपनाया। और शब्द जेड़ा साडे विच वास करदा आ, साडियां जिंदगियां दे विच वास करदा आ। उसने ये नहीं कहता कि तुसी बच जाओ, तुसी इदा करो, तुसी इदा करो तां तुसी बचाए जाओगे। नहीं, शब्द जेड़ा सी जो आद तो सीगा, ओ शब्द जेड़ा आ ओ देहधारी होया, देहधारी हो के उन्हें साडे विच वास कीता, साडे वर्गी उन्हें शक्ल तार के साडे विच आ गया। वचन जो है यीशु मसीह जो वचन नूं दसदे आ, वचन की आ, वचन दी तारी होया। जो असीं यीशु मसीह का प्रचार करते आ, ये प्रचार जिहड़ा आ इस सच्चाई का प्रचार आ। सच्चाई है कि सच्चाई है कि यीशु मसीह साडे लई जम्मिया। शब्द जिहड़ा आ, वचन जिहड़ा आ वो साडे लई जम्मिया, साडे लई मारिया गया, साडे लई वो जी उठिया और साडे लई वो स्वर्ग विच गया आ, जिसदी असीं मुनादी करदे सच्चाई का वचन आ। और यीशु मसीह ने वचन के राही सानू दस्या आ कि मैं फिर आवांगा और जो मेरे मनण वाले आ, जो मेरे ते विश्वास करदे आ, जिथे मैं आ उस जगह ते उन्हां नू भी लै जावांगा। हालेलुया। यीशु मसीह साडे तो ये चाहुंदे आ कि लोग वचन नू सुन के उधार पाउण। लोग जो है इस वचन नू, इस बाणी नू, जो वचन आ यीशु मसीह आ, यीशु मसीह इस वचन नू सुनन ते लोग उधार पाउण, लोग मुक्ति पाउण, लोग बच जाणगे इस वचन दे राही। वचन जिहड़ा आ ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵਿਸ਼ਵਾਸ ਕਰ ਲੈਂਦੇ ਆ, ਮੰਨ ਲੈਂਦੇ ਆ ਕਿ ਸਾਡਾ ਉਹ ਮੁਕਤੀ ਦਾਤਾ ਆ, ਤਾਂ ਹੀ ਵਚਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਆ। ਵਚਨ ਕੀ ਕਹਿੰਦਾ ਆ? ਰੋਮੀਆਂ ਦੀ ਪੱਤਰੀ ਦੇ ਵਿੱਚ, ਰੋਮੀਆਂ ਚੈਪਟਰ 10 ਤੇ ਜਦੋਂ ਉਹਦੀ 17 ਆਇਤ ਨੂੰ ਪੜ੍ਹਦੇ ਆ, ਵਚਨ ਕੀ ਬਿਆਨ ਕਰਦਾ ਆ? रोमिया चैप्टर 10 ਤੇ ਉਹਦੀ 17 ਆਇਤ। ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਵਿਸ਼ਵਾਸ ਸੁਣਨ ਨਾਲ, ਪ੍ਰਤੀਤ ਸੁਣਨ ਨਾਲ, ਇਹ ਵਚਨ ਨੂੰ ਜਦੋਂ ਅਸੀਂ ਸੁਣਦੇ ਆ, ਜਦੋਂ ਅਸੀਂ ਮੰਨ ਲੈਂਦੇ ਆ, ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ,
ਤਾਂ ਫਿਰ ਵਚਨ ਕਹਿੰਦਾ ਆ ਜਦੋਂ ਤੁਸੀਂ ਵਚਨ ਨੂੰ ਸੁਣਦੇ ਆ ਵਿਸ਼ਵਾਸ ਦੇ ਨਾਲ, ਵਚਨ ਉਦੋਂ ਹੀ ਤੁਹਾਡੇ ਤੇ ਕੰਮ ਕਰਦਾ ਆ। ਕਈ ਵੇਲੇ ਅਸੀਂ ਬਹੁਤ ਕਲਾਮ ਸੁਣਦੇ ਆ, ਪਰ ਜਦੋਂ ਵਚਨ ਸਾਨੂੰ ਕੀ ਕਹਿੰਦਾ ਆ, ਬਾਈਬਲ ਇਹ ਬਿਆਨ ਕਰਦੀ ਆ, ਜਿਹੜਾ ਵਿਸ਼ਵਾਸ ਦੇ ਨਾਲ ਮੇਰੇ ਵਚਨ ਨੂੰ ਸੁਣਦਾ ਆ, ਜਿਹੜਾ ਵਿਸ਼ਵਾਸ ਦੇ ਨਾਲ ਮੇਰੇ ਵਚਨ ਦੇ ਉੱਤੇ ਗੌਰ ਕਰਦਾ ਆ, ਮੈਂ ਉਸ ਤੋਂ ਪ੍ਰਸੰਨ ਹੁੰਦਾ ਆ। ਯੀਸ਼ੂ ਮਸੀਹ ਸਾਡੇ ਤੋਂ ਇਸੇ ਤਰ੍ਹਾਂ ਖੁਸ਼ ਹੁੰਦੇ ਆ ਜਦੋਂ ਅਸੀਂ ਉਹਦੇ ਵਚਨ ਨੂੰ ਸੁਣਦੇ ਆ, ਉਹਦੇ ਤੇ ਵਿਸ਼ਵਾਸ ਕਰਦੇ ਆ, ਫਿਰ ਯੀਸ਼ੂ ਮਸੀਹ ਸਾਡੇ ਤੋਂ ਪ੍ਰਸੰਨ ਹੁੰਦਾ। ਪੌਲਸ ਰਸੂਲ ਜਿਹੜਾ ਆ, ਪੌਲਸ ਕਹਿੰਦਾ ਤਿਮੋਥੀਅਸ ਨੂੰ ਕੀ ਕਹਿੰਦਾ ਆ, ਕਹਿੰਦਾ ਤੂੰ ਪ੍ਰਚਾਰ ਕਰ, ਤੂੰ ਮੁਨਾਦੀ ਕਰ, ਤੂੰ ਪ੍ਰਚਾਰ ਕਰ। ਪ੍ਰਚਾਰ ਦੇ ਨਾਲ ਹੀ ਜਾਗਰਤੀ ਆਉਂਦੀ ਆ, ਪ੍ਰਚਾਰ ਦੇ ਰਾਹੀਂ ਹੀ, ਵਚਨ ਦੇ ਰਾਹੀਂ ਹੀ ਮਨੁੱਖ ਜਿਹੜਾ ਆ ਵਿਸ਼ਵਾਸ ਵਿੱਚ ਵੱਧਦਾ ਜਾਂਦਾ ਆ। ਵਚਨ ਵਿੱਚ ਅਸੀਂ ਦੇਖਦੇ ਆ ਓਲਡ ਟੈਸਟਾਮੈਂਟ 'ਚ ਜਦੋਂ ਹੱਡੀਆਂ ਬਹੁਤ ਸਾਰੀਆਂ ਆ, ਉਹ ਇੱਕ ਕੀ ਬਣ ਗਈ ਆ, ਉਹ ਹੱਡੀਆਂ ਜਿਹੜੀਆਂ ਆ ਇੱਕ ਸੈਨਾ ਬਣ ਗਈ ਆ। ਜਦੋਂ ਵਚਨ ਮੂੰਹ ਦੇ ਵਿੱਚੋਂ ਕੱਢਿਆ ਤਾਂ ਉਹ ਜਿਹੜੀਆਂ ਹੱਡੀਆਂ ਸੀ ਉਹ ਆਪਸ ਵਿੱਚ ਮਿਲ ਗਈਆਂ, ਇੱਕ ਬਹੁਤ ਵੱਡੀ ਸੈਨਾ ਬਣ ਗਈ ਆ। ਵਚਨ ਜਿਹੜਾ ਆ ਜਦੋਂ ਅਸੀਂ ਵਿਸ਼ਵਾਸ ਕਰਦੇ ਆ, ਜੋ ਸੁੱਕੀਆਂ ਹੱਡੀਆਂ ਆ ਉਹਨਾਂ ਉੱਤੇ ਵੀ ਜਦੋਂ ਵਚਨ ਨੂੰ ਕੀਤਾ ਗਿਆ ਤਾਂ ਉਹ ਹੱਡੀਆਂ ਜਿਹੜੀਆਂ ਆ ਉਸ ਸੇ ਮਾਸ ਚੜ ਗਿਆ, ਉਹ ਜਿਹੜੀ ਆ ਇੱਕ ਬਹੁਤ ਵੱਡੀ ਸੈਨਾ ਬਣ ਗਈ। ਵਚਨ ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਆਪਣੇ ਯੀਸ਼ੂ ਮਸੀਹ ਦੇ ਉੱਤੇ, ਫਿਰ ਹੀ ਪਰਮੇਸ਼ਰ ਦਾ ਕੰਮ ਹੁੰਦਾ ਆ। ਉਹ ਵਚਨ ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਆ ਤਾਂ ਉਹ ਵਚਨ ਜਿਹੜਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖਾਲੀ ਨਹੀਂ ਜਾਂਦਾ। ਉਹ ਵਚਨ ਜਿਹੜਾ ਆ ਉਹ ਫਲਦਾਇਕ ਹੁੰਦਾ ਆ। ਉਹ ਵਚਨ ਜਿਹੜਾ ਆ ਜਦੋਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆ ਜਾਂਦਾ ਆ, ਉਸ ਵਚਨ ਦੇ ਨਾਲ ਸਾਨੂੰ ਤਾਕਤ ਮਿਲਦੀ ਆ। ਉਸ ਵਚਨ ਦੇ ਰਾਹੀਂ ਜਦੋਂ ਪਰਮੇਸ਼ਰ ਦਾ ਕਲਾਮ ਹੁੰਦਾ ਆ, ਸਾਨੂੰ ਸ਼ਾਂਤੀ ਤੇ ਹੌਸਲਾ ਤੇ ਤਸੱਲੀ ਮਿਲਦੀ ਆ। ਵਚਨ ਦੇ ਵਿੱਚ ਲਿਖਿਆ ਹੋਇਆ ਜ਼ਬੂਰਾਂ ਦੀ ਪੋਥੀ ਉਹਦਾ 107 ਦੀ 20 ਆਇਤ ਵਿੱਚ ਲਿਖਿਆ ਹੋਇਆ, ਮੈਂ ਆਪਣੇ ਕਲਾਮ ਨੂੰ ਭੇਜਦਾ ਆ। ਯੀਸ਼ੂ ਮਸੀਹ ਆਪਣੇ ਵਚਨ ਨੂੰ ਭੇਜਦਾ। ਕਲਾਮ ਕੀ ਹੈ? ਯੀਸ਼ੂ ਮਸੀਹ ਜ਼ਿੰਦਾ ਵਚਨ ਆਉਂਦਾ। ਕਹਿੰਦਾ ਮੈਂ ਆਪਣੇ ਕਲਾਮ ਨੂੰ ਭੇਜਦਾ ਆ ਤਾਂ ਲੋਕ ਚੰਗੇ ਹੁੰਦੇ ਆ, ਲੋਕ ਉਧਾਰ ਪਾਉਂਦੇ ਆ। ਪਰਮੇਸ਼ਰ ਦਾ ਵਚਨ ਹੀ ਜੀਵਨ ਆ, ਪਰਮੇਸ਼ਰ ਦਾ ਵਚਨ ਹੀ ਖੁਸ਼ੀ ਸਾਨੂੰ ਭੇਜਦਾ ਆ। ਉਹ ਸਾਨੂੰ ਖੁਸ਼ੀ ਭੇਜਦਾ ਆ ਵਚਨ ਦੇ ਰਾਹੀਂ। ਵਚਨ ਹੀ ਹੈ ਜੋ ਸਾਨੂੰ ਖੁਸ਼ੀ ਤੇ ਆਨੰਦ ਦਿੰਦਾ ਆ। ਵਚਨ ਹੀ ਹੈ ਜਦੋਂ ਭੇਜਦਾ ਆ ਤਾਂ ਸਾਨੂੰ ਚੰਗਾਈ ਮਿਲਦੀ ਆ। ਵਚਨ ਦੇ ਰਾਹੀਂ ਜਦੋਂ ਅਸੀਂ ਵਿਸ਼ਵਾਸ ਕਰਦੇ ਆ ਤਾਂ ਸਾਡੇ ਤੇ ਪਾਕ ਰੂਹ ਆਉਂਦਾ ਆ। ਪਾਕ ਰੂਹ ਜਿਹੜਾ ਆ ਜਦੋਂ ਸਾਡੇ ਤੇ ਆਉਂਦਾ ਆ, ਅਸੀਂ ਪਰਮੇਸ਼ਰ ਦੇ ਵਿੱਚ ਵੱਧਦੇ ਜਾਂਦੇ ਆ। ਜੇ ਅਸੀਂ ਰਸੂਲਾਂ ਦੇ ਕਰਤੱਵ ਚੈਪਟਰ 10 ਦੇ ਵਿੱਚ ਦੇਖੀਏ, ਕੁਰਨੇਲੀਅਸ ਜਿਹੜਾ ਆ ਜਦੋਂ ਉਸਨੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਬਚਨ ਨੂੰ ਕਬੂਲ ਕੀਤਾ, ਜਦੋਂ ਪਤਰਸ ਉਹਦੇ ਘਰ ਆਇਆ ਤਾਂ ਉਹ ਇਕੱਲਾ ਨਹੀਂ ਬਚਿਆ। ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਉੱਤੇ ਜਦੋਂ ਉਹਨਾਂ ਨੇ ਈਮਾਨ ਰੱਖਿਆ ਕਿ ਜੋ ਵਚਨ ਆ ਇਹ ਜ਼ਿੰਦਾ ਆ, ਇਹ ਪਾਕ ਆ, ਜਦੋਂ ਉਹਨਾਂ ਨੇ ਵਿਸ਼ਵਾਸ ਕੀਤਾ ਤਾਂ ਕੁਰਨੇਲੀਅਸ ਦਾ ਸਾਰਾ ਘਰਾਣਾ ਜਿਹੜਾ ਸੀਗਾ, ਜਿੰਨੇ ਵੀ ਉਸ ਜਗ੍ਹਾ ਤੇ ਲੋਕ ਸੀਗੇ, ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਉਹਨਾਂ ਨੇ ਬਪਤਿਸਮਾ ਲਿਆ। ਔਰ ਜਦੋਂ ਪਰਮੇਸ਼ਰ ਦੇ ਵਚਨ ਦੇ ਵਿੱਚ ਵਿਸ਼ਵਾਸ ਕੀਤਾ, ਜਦੋਂ ਲੋਕ ਜਿਹੜੇ ਆ ਜਦੋਂ ਪਰਮੇਸ਼ਰ ਨੂੰ ਕਬੂਲ ਕਰਦੇ ਆ, ਜਦੋਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਆ, ਉਹ ਆਪਣੇ ਬਲ ਬੁੱਧੀ ਤੇ ਨਹੀਂ ਰਹਿੰਦੇ, ਉਹ ਬਦਲ ਜਾਂਦੇ ਆ। ਉਹ ਬਦਲ ਜਾਂਦੇ ਆ ਜਦੋਂ ਪਰਮੇਸ਼ਰ ਨੂੰ ਸੱਚਮੁੱਚ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕਬੂਲ ਕਰ ਲੈਂਦੇ ਆ। ਉਹ ਜਿਹੜਾ ਕੁਰਨੇਲੀਅਸ ਸੀਗਾ, ਜਦੋਂ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਤਾਂ ਉਹਨਾਂ ਨੇ ਕਬੂਲ ਕੀਤਾ। ਉਹ ਆਪਣੇ ਬਲਬੂਤੇ ਤੇ ਨਹੀਂ ਰਹੇ, ਉਹਨਾਂ ਨੇ ਆਪਣੇ ਪਰਮੇਸ਼ਰ ਨੂੰ ਕਬੂਲ ਕੀਤਾ, ਕਿਉਂਕਿ ਪਰਮੇਸ਼ਰ ਜਿਹੜਾ ਆ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆ, ਅਸੀਂ ਆਪਣੇ ਬਲਬੂਤੇ ਤੇ ਨਹੀਂ ਰਹਿੰਦੇ, ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਬਦਲ ਜਾਂਦੀਆਂ। ਹਾਲੇਲੂਇਆ। ਅੱਜ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਆ? ਜ਼ਬੂਰ 119 ਤੇ ਉਹਦੀ 49 ਤੇ 50
50 ਦੇ ਵਿੱਚ ਦਾਊਦ ਬਾਦਸ਼ਾਹ ਕਹਿੰਦਾ ਆ, ਉਹ ਮੇਰਾ ਬਲ ਹੈ, ਮੇਰੀ ਹਰੇਕ ਮੁਸ਼ਕਿਲ ਵਿੱਚ, ਮੇਰੇ ਕਲੇਸ਼ ਵਿੱਚ ਮੇਰਾ ਪ੍ਰਭੂ ਮੈਨੂੰ ਸ਼ਾਂਤੀ ਦਿੰਦਾ ਆ। ਜਦੋਂ ਅਸੀਂ ਉਹਦੇ ਵਚਨ ਤੇ ਵਿਸ਼ਵਾਸ ਕਰਦੇ ਆ, ਅਸੀਂ ਆਪਣੇ ਦਿਲਾਂ ਨੂੰ ਖੋਲਦੇ ਆ, ਤਾਂ ਪਰਮੇਸ਼ਰ ਕੀ ਕਹਿੰਦਾ ਆ, ਮੈਂ ਤੁਹਾਡੇ ਅੰਦਰ ਆਵਾਂਗਾ ਔਰ ਤੁਹਾਡੇ ਨਾਲ ਵਾਸ ਕਰਾਂਗਾ। ਕਿਉਂ? ਕਿਉਂਕਿ ਵਚਨ 'ਚ ਲਿਖਿਆ, ਜਬ ਦੇਹਧਾਰੀ ਹੋਇਆ ਔਰ ਸਾਡੇ ਵਿੱਚ ਉਸਨੇ ਵਾਸ ਕੀਤਾ। ਜੇ ਅਸੀਂ ਉਹਦੇ ਕਲਾਮ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਾਂਗੇ, ਜੇ ਅਸੀਂ ਆਪਣੇ ਕਲਾਮ ਨੂੰ ਆਪਣੇ ਹਿਰਦੇ ਵਿੱਚ ਰੱਖਾਂਗੇ, ਤਾਂ ਉਹ ਸਾਡੇ ਹਿਰਦੇ ਦੇ ਵਿੱਚ ਵਾਸ ਕਰੇਗਾ, ਸਾਡੇ ਹਿਰਦੇ ਦੇ ਵਿੱਚ ਆਵੇਗਾ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਦਾਊਦ ਕਹਿੰਦਾ ਆ ਕਿ ਤੇਰਾ ਵਚਨ ਹੀ ਮੇਰੀ ਖੁਸ਼ੀ ਹੈ। ਜੇ ਮੈਂ ਵਿਸ਼ਵਾਸ ਨਾ ਕਰਦਾ ਤਾਂ ਮੈਂ ਨਾਸ਼ ਹੋ ਜਾਂਦਾ। ਪਰਮੇਸ਼ਰ ਦਾ ਕਲਾਮ ਹੀ ਹੈ ਜੋ ਮੈਨੂੰ ਰਸਤਾ ਦੱਸਦਾ ਆ। ਪਰਮੇਸ਼ਰ ਦਾ ਕਲਾਮ ਹੀ ਹੈ ਜੋ ਮੈਨੂੰ ਚੰਗਾ ਕਰਦਾ ਆ। ਦਾਊਦ ਬਾਦਸ਼ਾਹ ਜਿਹੜਾ ਆ, ਉਹ ਆਪਣੇ ਤੇ ਨਿਰਭਰ ਰਹੇਗਾ ਕਿ ਮੈਂ ਜੋ ਕਰਦਾ ਆ ਸਭ ਕੁਝ, ਮੈਂ ਰਾਜਾ ਆ, ਮੈਨੂੰ ਕਿਹੜੀ ਚੀਜ਼ ਦੀ ਘਾਟ ਆ, ਮੇਰੇ ਕੋਲ ਸਭ ਕੁਝ ਆ। ਉਹ ਕਹਿੰਦਾ ਨਹੀਂ, ਮੈਂ ਮੁਸ਼ਕਿਲ ਵਿੱਚ ਵੀ ਸੀ ਤਾਂ ਮੇਰਾ ਪਰਮੇਸ਼ਰ ਮੇਰੇ ਨਾਲ ਸੀ। ਮੈਂ ਹੁਣ ਰਾਜਾ ਬਣ ਗਿਆ। ਮੈਂ 7 ਵਾਰੀ ਰਾਤ ਨੂੰ ਜਦੋਂ ਵੀ ਉੱਠਦਾ ਆ, ਮੈਂ ਆਪਣੇ ਬਿਸਤਰੇ ਤੇ ਹੁੰਦਾ ਆ, ਆਪਣੇ ਯਹੋਵਾ ਦਾ ਧੰਨਵਾਦ ਕਰਦਾ ਆ। ਉਹ ਕਹਿੰਦਾ ਮੇਰੇ ਵਿੱਚ ਕੁਝ ਨਹੀਂਗਾ, ਮੈਂ ਨਾਸ਼ ਹੋ ਜਾਣਾ ਸੀ, ਮੇਰਾ ਯਹੋਵਾ ਮੇਰੇ ਵਿੱਚ ਨਾ ਹੁੰਦਾ। ਉਹਦੇ ਵਚਨ ਜਿਹੜੇ ਆ ਉਹ ਮੈਨੂੰ ਬਲ ਦਿੰਦੇ ਆ। ਉਹਦਾ ਵਚਨ ਜਿਹੜਾ ਆ ਮੈਨੂੰ ਤਾਕਤ ਦਿੰਦਾ ਆ। ਉਹਦਾ ਵਚਨ ਜਿਹੜਾ ਆ ਮੈਨੂੰ ਦਲੇਰੀ ਦਿੰਦਾ ਆ। ਉਹਦਾ ਵਚਨ ਜਿਹੜਾ ਆ ਮੈਨੂੰ ਚੰਗਾ ਕਰਦਾ ਆ। ਹਾਲੇਲੂਇਆ। ਇਹ ਬਾਈਬਲ ਜਿਹੜੀ ਆ, ਇਹ ਇਸ ਬੁੱਕ ਵਰਗੀ ਕਿਤੇ ਵੀ ਨਹੀਂ ਗੀ। ਜੋ ਸਾਡੇ ਹੱਥਾਂ ਦੇ ਵਿੱਚ ਇਹ ਪਵਿੱਤਰ ਸ਼ਾਸਤਰ ਆ, ਜੋ ਬਾਈਬਲ ਆ, ਇਸ ਬਾਈਬਲ ਵਰਗੀ ਕਿਤੇ ਵੀ ਬੁੱਕ ਨਹੀਂ ਗੀ। ਕਿਉਂਕਿ ਕਿ ਪਾਕ ਆ, ਪਵਿੱਤਰ ਆ। ਯਿਸੂ ਮਸੀਹ ਜਦੋਂ ਇਸ ਦੁਨੀਆ ਦੇ ਵਿੱਚ ਆਏ, ਸਭ ਤੋਂ ਪਹਿਲਾਂ ਹੈਕਲ ਦੇ ਵਿੱਚ ਖੜੇ ਹੋ ਕੇ ਉਹਨੇ ਕਿਹਾ, ਹੇ ਸਭ ਪਿਆਸੇ ਮੇਰੇ ਕੋਲ ਆਓ, ਮੈਂ ਤੁਹਾਨੂੰ ਅੰਮ੍ਰਿਤ ਜਲ ਦੇਵਾਂਗਾ। ਜਦੋਂ ਵਚਨ ਜਿਹੜਾ ਸਾਡੇ ਵਿੱਚ ਆਇਆ, ਸਾਡੇ ਵਿੱਚ ਵਾਸ ਕੀਤਾ, ਉਹਨੇ ਹੈਕਲ ਵਿੱਚ ਖੜੇ ਹੋ ਕੇ ਕਿਹਾ, ਹੇ ਸਭ ਪਿਆਸੇ ਲੋਗੋ ਮੇਰੇ ਕੋਲ ਆਓ, ਮੈਂ ਤੁਹਾਨੂੰ ਅੰਮ੍ਰਿਤ ਜਲ ਦੇਵਾਂਗਾ। ਫਿਰ ਉਹ ਕਹਿੰਦਾ ਆ, ਮੈਂ ਜੀਵਨ ਦੀ ਰੋਟੀ ਆ, ਮੈਂ ਜੀਵਨ ਦੀ ਰੋਟੀ ਆ। ਫਿਰ ਉਹ ਕਹਿੰਦਾ ਆ, ਕਿਆਮਤ ਤੇ ਜ਼ਿੰਦਗੀ ਮੈਂ ਹਾਂ। ਫਿਰ ਉਹ ਕਹਿੰਦਾ ਆ, ਮੈਂ ਅਲਫਾ ਆ, ਮੈਂ ਓਮੇਗਾ ਆ, ਮੈਂ ਆਦਿ ਆ, ਮੈਂ ਪਹਿਲਾ ਆ, ਮੈਂ ਪਿਛਲਾ ਆ। ਯਿਸੂ ਜਦੋਂ ਇਸ ਦੁਨੀਆ ਵਿੱਚ ਆਏ, ਉਹ ਨਵੀਆਂ ਵਾਂਗੂ ਗੱਲਾਂ ਨਹੀਂ ਸੀ ਕਰਦੇ, ਉਹ ਨਵੀਆਂ ਵਾਂਗੂ ਨਹੀਂ ਸੀ ਕਰਦੇ। ਉਹਨਾਂ ਦਾ ਆਪਣਾ ਇੱਕ ਅੰਦਾਜ਼ ਸੀਗਾ। ਉਹ ਕਹਿੰਦਾ, ਮੈਂ ਬਾਪ ਤੋਂ ਨਿਕਲ ਆਇਆ, ਮੈਂ ਬਾਪ ਤੋਂ ਨਿਕਲ ਆਇਆ ਔਰ ਮੈਂ ਕੀਆ, ਜਿਸਨੇ ਮੈਨੂੰ ਦੇਖਿਆ ਉਸਨੇ ਮੇਰੇ ਪਿਤਾ ਨੂੰ ਦੇਖਿਆ। ਉਹ ਆਪਣੀ ਬੜਾਈ ਨਹੀਂ ਕਰਦਾ। ਉਹ ਕਹਿੰਦਾ, ਜਿਸਨੇ ਮੈਨੂੰ ਦੇਖਿਆ ਉਸਨੇ ਪਿਤਾ ਨੂੰ ਦੇਖਿਆ। ਪਿਤਾ ਦੇ ਅੰਦਰੋਂ ਮੈਂ ਨਿਕਲ ਆਇਆ। ਅਸੀਂ ਕੀ ਹੱਥ ਪੜੀ, ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ। ਇੱਥੇ ਉਹ ਕਹਿੰਦਾ, ਮੈਂ ਪਿਤਾ ਦੇ ਵਿੱਚੋਂ ਨਿਕਲ ਆਇਆ, ਅੰਦਰੋਂ ਨਿਕਲ ਆਇਆ। ਯਿਸੂ ਮਸੀਹ ਕਹਿੰਦੇ, ਰਾਹ ਹੱਕ ਜ਼ਿੰਦਗੀ ਮੈਂ ਹਾਂ। ਹਾਲੇਲੂਇਆ। ਦਾਊਦ ਕੀ ਕਹਿੰਦਾ ਆ, ਮੈਂ ਤੇਰੇ ਤੇ ਭਰੋਸਾ ਰੱਖਦਾ ਆ, ਮੈਂ ਤੇਰੇ ਤੇ ਵਿਸ਼ਵਾਸ ਕਰਦਾ ਆ। ਹੁਣੇ ਅਸੀਂ ਪੜਿਆ ਰੋਮੀਆ 10:17 ਵਿੱਚ ਕਿ ਵਚਨ ਜਿਹੜਾ ਵਿਸ਼ਵਾਸ ਜਿਹੜਾ ਕਰਦਾ ਆ, ਵਚਨ ਜਿਹੜਾ ਆ ਉਸ ਤੇ ਕੰਮ ਕਰਦਾ ਆ। ਭਾਵੇਂ ਅਸੀਂ ਜਿੰਨਾ ਮਰਜ਼ੀ ਕਲਾਮ ਸੁਣ ਲਈਏ, ਜੇ ਅਸੀਂ ਵਿਸ਼ਵਾਸ ਨਹੀਂ ਕਰਦੇ ਤਾਂ ਸਾਡੇ ਲਈ ਕਲਾਮ ਜਿਹੜਾ ਆ ਕੁਝ ਅਸਰ ਨਹੀਂ ਕਰੂਗਾ। ਜਦੋਂ ਅਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਆ, ਫਿਰ ਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਕੰਮ ਕਰਦਾ ਹੈ। ਹਾਜ਼ਰਾ ਕਿੰਨੀ ਵਾਰੀ, ਹਾਜ਼ਰਾ ਜਿਹੜੀ ਸੀਗੀ ਉਹ ਕਿੰਨੀ ਵਾਰੀ ਅਬਰਾਹਮ ਦੇ ਘਰੋਂ ਗਈ। ਹਾਜ਼ਰਾ ਜਿਹੜੀ ਆ ਉਹ 2 ਵਾਰੀ ਅਬਰਾਹਮ ਦੇ ਘਰੋਂ ਗਈ। ਪਹਿਲੀ ਵਾਰੀ ਉਹ ਉਦੋਂ ਗਈ ਜਦੋਂ ਉਹ ਪ੍ਰੈਗਨੈਂਟ ਸੀਗੀ, ਜਦੋਂ ਉਹਦੇ ਬੇਬੀ ਹੋਣ ਵਾਲਾ ਸੀਗਾ। ਉਤਪਤ
ਚੈਪਟਰ 16 ਦੇ ਵਿੱਚ ਜਦੋਂ ਉਹਦੇ ਬੇਬੀ ਹੋਣ ਵਾਲਾ ਸੀਗਾ ਤੇ ਉਹ ਕੀ ਆ ਉਹ ਘਰੋਂ ਚਲੀ ਗਈ। ਜਦੋਂ ਚਲੀ ਗਈ ਜੰਗਲ ਦੇ ਵਿੱਚ ਮਾਰੂਥਾਲ ਦੇ ਵਿੱਚ ਜਾਂਦੀ ਆ ਤਾਂ ਪਰਮੇਸ਼ਰ ਦਾ ਦੂਤ ਉਸ ਕੋਲ ਆਉਂਦਾ ਆ, ਹਾਜ਼ਰਾ ਪਰਮੇਸ਼ਰ ਤੈਨੂੰ ਆਸ਼ੀਸ਼ ਤੇ ਬਰਕਤ ਦੇਣ ਜਾ ਰਿਹਾ ਆ। ਪਰਮੇਸ਼ਰ ਨੇ ਤੈਨੂੰ ਆਸ਼ੀਸ਼ ਦੇ ਦਿੱਤੀ ਆ, ਤੂੰ ਜਾ ਸੈਰਾ ਦੇ ਕੋਲ ਚਲੀ ਜਾ, ਅਬਰਾਹਮ ਦੇ ਕੋਲ ਚਲੀ ਜਾ। ਪਰਮੇਸ਼ਰ ਦੀ ਗੱਲ ਸੁਣ ਕੇ ਉਸ ਦੂਤ ਦੀ ਗੱਲ ਜੋ ਪਰਮੇਸ਼ਰ ਨੇ ਭੇਜਿਆ ਸੀ, ਉਸ ਦੂਤ ਦੀ ਗੱਲ ਸੁਣ ਕੇ ਸੈਰਾ ਜਿਹੜੀ ਆ ਉਹ ਅਬਰਾਹਮ ਤੇ ਸੈਰਾ ਦੇ ਘਰ ਚਲੀ ਜਾਂਦੀ ਆ, ਹਾਜ਼ਰਾ। ਫਿਰ ਅਸੀਂ ਦੇਖਦੇ ਹਾਂ ਉਤਪਤ 21 ਦੇ ਵਿੱਚ ਫਿਰ ਹਾਜ਼ਰਾ ਜਿਹੜੀ ਆ ਉਸ ਉੱਤੇ ਮੁਸ਼ਕਲ ਆਉਂਦੀ ਆ, ਫਿਰ ਉਸ ਉੱਤੇ ਪਰੇਸ਼ਾਨੀ ਆਉਂਦੀ ਆ ਔਰ ਸੈਰਾ ਕੀ ਕਹਿੰਦੀ ਆ ਕਿ ਇਸ ਨੂੰ ਬਾਹਰ ਕੱਢ ਦੇ ਕਰੋ, ਮੈਂ ਇਸ ਹਾਜ਼ਰਾ ਨੂੰ ਨਹੀਂ ਰੱਖਣਾ। ਫਿਰ ਕੀ ਹੁੰਦਾ ਹੈ ਜਦੋਂ ਸੈਰਾ ਕਹਿ ਦਿੰਦੀ ਆ ਤਾਂ ਅਬਰਾਹਮ ਜਿਹੜਾ ਆ ਉਹ ਹਾਜ਼ਰਾ ਨੂੰ ਰੋਟੀ ਤੇ ਪਾਣੀ ਦਿੰਦਾ ਆ ਔਰ ਹਾਜ਼ਰਾ ਕਿੱਥੇ ਜਾਂਦੀ ਆ? ਉਹਨੇ ਕਿੱਥੇ ਜਾਣਾ ਸੀ? ਹਾਜ਼ਰਾ ਨੇ ਉਹ ਕਿੱਥੋਂ ਆਈ ਸੀ? ਹਾਜ਼ਰਾ ਪਰ ਉਹ ਮਿਸਰ ਦੇ ਵਿੱਚ ਨਹੀਂ ਗਈ। ਹਾਜ਼ਰਾ ਜਿਹੜੀ ਆ ਉਹ ਮਿਸਰ ਦੀ ਰਹਿਣ ਵਾਲੀ ਸੀ। ਹਾਜ਼ਰਾ ਜਿਹੜੀ ਆ ਉਹ ਮਿਸਰ ਵਿੱਚ ਨਹੀਂ ਗਈ, ਉਹ ਜੰਗਲ ਦੇ ਵਿੱਚ ਜਾਂਦੀ ਆ, ਜੰਗਲ ਦੇ ਵਿੱਚ ਭਟਕਦੀ ਫਿਰਦੀ ਹੈ। ਉਹ ਮਿਸਰ ਜਾਣ ਦੀ ਬਜਾਏ ਜੰਗਲ ਵਿੱਚ ਭਟਕਦੀ ਫਿਰਦੀ ਆ। ਪਰ ਜਦੋਂ ਜੰਗਲ ਵਿੱਚ ਭਟਕਦੀ ਫਿਰਦੀ ਆ, ਹਾਜ਼ਰਾ ਜਿਹੜੀ ਆ ਉਹਨੂੰ ਪਰਮੇਸ਼ਰ ਦਾ ਵਚਨ ਸੁਣਿਆ ਹੋਇਆ ਸੀ। ਇਹ ਵਚਨ ਜਿਹੜਾ ਆ ਹਾਜ਼ਰਾ ਨੇ ਸੈਰਾ ਕੋਲੋਂ, ਅਬਰਾਹਮ ਦੇ ਕੋਲੋਂ ਇਸ ਵਚਨ ਨੂੰ ਸੁਣਿਆ ਹੋਇਆ ਸੀ, ਕਿਉਂਕਿ ਰੋਮੀਆਂ ਦੇ ਵਿੱਚ ਅਸੀਂ ਹੁਣੇ ਪੜ੍ਹ ਕੇ ਆਏ, ਵਿਸ਼ਵਾਸ ਸੁਣਨ ਦੇ ਨਾਲ ਤੇ ਸੁਣਨਾ ਮਸੀਹ ਦੇ ਵਚਨ ਦੇ ਨਾਲ ਆ। ਹਾਜ਼ਰਾ ਜਿਹੜੀ ਆ ਉਸਨੇ ਪਰਮੇਸ਼ਰ ਦਾ ਵਚਨ ਜਿਹੜਾ ਆ ਆਪਣੇ ਹਿਰਦੇ ਵਿੱਚ ਬਿਠਾਇਆ ਹੋਇਆ ਆ। ਉਸਨੇ ਵਿਸ਼ਵਾਸ ਕਰਦੀ ਆ ਕਿ ਅਬਰਾਹਮ ਸੈਰਾ ਜਿਹੜੀ ਆ ਉਹ ਜਿਹਨੇ ਮੈਨੂੰ ਪਰਮੇਸ਼ਰ ਦਾ ਵਚਨ ਸੁਣਾਇਆ ਉਹ ਜ਼ਿੰਦਾ ਆ। ਮਿਸਰ ਦੇ ਵਿੱਚ ਜਿਹੜੇ ਲੋਕ ਸੀ ਉਹ ਪਰਮੇਸ਼ਰ ਨੂੰ ਨਹੀਂ ਸੀ ਜਾਣਨ ਵਾਲੇ ਲੋਕ, ਪਰ ਇਹ ਮਿਸਰ ਤੋਂ ਆਈ ਸੀ ਔਰ ਪਰਮੇਸ਼ਰ ਦੇ ਵਚਨ ਨੂੰ ਇਹ ਜਾਣਦੀ ਸੀਗੀ। ਜਦੋਂ ਹਾਜ਼ਰਾ ਮਿਸਰ ਦੇ ਵਿੱਚੋਂ ਆਈ ਸੀ ਉਸਨੇ ਪਰਮੇਸ਼ਰ ਦੇ ਕਲਾਮ ਨੂੰ ਸੁਣਿਆ ਸੀ, ਉਹਨੇ ਆਪਣੇ ਹਿਰਦੇ ਦੇ ਵਿੱਚ ਰੱਖਿਆ ਹੋਇਆ ਸੀਗਾ। ਕਿਉਂ ਹਿਰਦੇ ਵਿੱਚ ਰੱਖਿਆ ਸੀ? ਕਿਉਂਕਿ ਉਹਨੂੰ ਪਤਾ ਸੀ ਕਿ ਪਰਮੇਸ਼ਰ ਜੋ ਹੈ ਮੇਰੇ ਨਾਲ ਗੱਲ ਕੀਤੀ ਆ, ਉਹਨੇ ਮੇਰੇ ਨਾਲ ਵਚਨ ਕੀਤਾ ਹੋਇਆ ਕਿ ਮੈਂ ਤੈਨੂੰ ਆਸ਼ੀਸ਼ ਦੇਵਾਂਗਾ। ਅੱਜ ਪਰਮੇਸ਼ਰ ਤੁਹਾਨੂੰ ਵਚਨ ਦੇ ਰਿਹਾ ਆ, ਵਚਨ ਦਿੱਤਾ ਹੋਇਆ, ਉਹ ਕਹਿ ਰਿਹਾ ਮੈਂ ਤੁਹਾਨੂੰ ਆਸ਼ੀਸ਼ ਦੇਵਾਂਗਾ। ਇਸ ਕਰਕੇ ਦਾਊਦ ਬਾਦਸ਼ਾਹ ਵੀ ਕਹਿੰਦਾ ਕਿ ਮੈਂ ਆਪਣੇ ਹਿਰਦੇ ਵਿੱਚ ਤੇਰੇ ਕਲਾਮ ਨੂੰ ਰੱਖਿਆ ਹੋਇਆ, ਤੇਰੀ ਬਾਣੀ ਨੂੰ ਰੱਖਿਆ ਹੋਇਆ ਤਾਂ ਕਿ ਮੈਂ ਤੇਰਾ ਗੁਨਾਹ ਨਾ ਕਰਾਂ। ਹਾਲੇਲੂਇਆ। ਜਿਹੜੀ ਸੈਰਾ ਸੀਗੀ ਉਸਨੇ ਜਦੋਂ ਉਹਨੂੰ ਬਾਹਰ ਕੱਢ ਦਿੱਤਾ ਸੀ ਤਾਂ ਹਾਜ਼ਰਾ ਜਿਹੜੀ ਇਹ ਵੀ ਸੋਚ ਸਕਦੀ ਸੀ ਕਿ ਮੈਂ ਮਿਸਰ ਵਿੱਚ ਚਲੀ ਜਾਵਾਂ, ਪਰ ਨਹੀਂ, ਉਸਨੇ ਵਿਸ਼ਵਾਸ ਕੀਤਾ ਹੋਇਆ, ਉਸਨੇ ਵਿਸ਼ਵਾਸ ਕੀਤਾ ਹੋਇਆ ਮੇਰਾ ਜੋ ਪਰਮੇਸ਼ਰ ਆ ਜਿਸਨੇ ਮੇਰੇ ਨਾਲ ਜੰਗਲ ਵਿੱਚ ਗੱਲ ਕੀਤੀ ਆ ਉਹ ਮੇਰੀ ਮਦਦ ਕਰੂਗਾ, ਉਹ ਮੇਰੀ ਸਹਾਇਤਾ ਕਰੂਗਾ। ਕੀ ਕਹਿੰਦੀ ਆ ਕਿ ਹਾਜ਼ਰਾ ਕਹਿੰਦੀ ਆ ਕਿ ਮੈਂ ਉਸਤੇ ਵਿਸ਼ਵਾਸ ਕਰਦੀ ਆ ਜਿਸਨੇ ਮੇਰੇ ਨਾਲ ਜੰਗਲ ਵਿੱਚ ਜਦ ਮੈਂ ਭਟਕਦੀ ਫਿਰਦੀ ਸੀ, ਮੇਰੇ ਪਰਮੇਸ਼ਰ ਨੇ ਮੇਰੇ ਨਾਲ ਵਾਅਦਾ ਕੀਤਾ। ਉਹ ਕਹਿੰਦੀ ਆ ਕਿ ਪਰਮੇਸ਼ਰ ਮੇਰਾ ਅਲੋਹੀ ਆ। ਉਹ ਅਲੋਹੀ ਕਹਿੰਦੀ ਆ, ਅਲੋਹੀ ਦਾ ਮਤਲਬ ਪਰਮੇਸ਼ਰ ਮੇਰੀ ਦੇਖਭਾਲ ਕਰੇਗਾ। ਅੱਜ ਅਸੀਂ ਆਪਣੇ ਪਰਮੇਸ਼ਰ ਨੂੰ ਅਲੋਹੀ ਕਹਿੰਦੇ ਆ ਕਿਉਂਕਿ ਸਾਡੀ ਦੇਖਭਾਲ ਕਰਦਾ ਆ, ਸਾਨੂੰ ਬਲ ਦਿੰਦਾ ਆ, ਸਾਨੂੰ ਤਾਕਤ ਦਿੰਦਾ ਆ, ਸਾਡੇ ਦੁੱਖਾਂ ਤਕਲੀਫਾਂ ਤੋਂ ਬਿਮਾਰੀਆਂ ਤੋਂ ਬਚਾਉਂਦਾ ਆ। ਉਹ ਸਾਡਾ ਅਲੋਹੀ ਆ ਜੋ ਪਰਮੇਸ਼ਰ ਸਾਡੇ ਨਾਲ ਸਾਡੀ ਦੇਖਭਾਲ ਕਰਦਾ ਆ। ਅੱਜ ਅਸੀਂ ਕਿੰਨੇ ਜਣੇ ਵਿਸ਼ਵਾਸ ਕਰਦੇ ਆ, ਅੱਜ ਅਸੀਂ ਕਿੰਨੇ ਜਣੇ ਇਸ ਪਰਮੇਸ਼ਰ ਦੇ ਵਚਨ ਨੂੰ ਲੈ ਲੈਂਦੇ ਆ। ਜਦੋਂ ਅਸੀਂ ਆਪਣੇ ਪਰਮੇਸ਼ਰ ਦੇ ਵਚਨ ਨੂੰ ਲੈ ਲੈਂਦੇ ਆ, ਵਿਸ਼ਵਾਸ ਕਰਦੇ ਆ, ਤਾਂ ਹੀ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਲਈ ਇੱਕ ਅਜੀਬ ਤੇ ਅਨੋਖਾ ਕੰਮ ਕਰਾਂਗਾ। ਹਾਜ਼ਰਾ ਦੀ ਜ਼ਿੰਦਗੀ ਜਿਹੜੀ ਸੀ ਮਾਰੂਥਲ ਬਣੀ ਹੋਈ ਸੀ, ਹਾਜ਼ਰਾ ਦੀ ਜ਼ਿੰਦਗੀ ਇੱਕ ਉਝਾੜ ਦੀ ਤਰ੍ਹਾਂ ਬਣੀ ਹੋਈ ਸੀ। ਪਰਮੇਸ਼ਰ ਨੇ ਜੰਗਲ ਦੇ ਵਿੱਚ ਹਾਜ਼ਰਾ ਦੇ ਨਾਲ ਆ ਕੇ ਗੱਲ ਕੀਤੀ ਔਰ ਹਾਜ਼ਰਾ ਨੇ ਪਰਮੇਸ਼ਰ
ਇਹ ਪਰਮੇਸ਼ਰ ਮੇਰੀ ਦੇਖਭਾਲ ਕਰੇਗਾ। ਅੱਜ ਅਸੀਂ ਕਿੰਨੇ ਜੰਗਲ ਵਾਂਗੂ ਭਟਕਦੇ ਫਿਰਦੇ ਆ, ਸਾਡੀਆਂ ਮੁਸ਼ਕਲਾਂ ਕੀ ਆ, ਉਸ ਜੰਗਲ ਦੀ ਤਰ੍ਹਾਂ ਆ। ਅਸੀਂ ਦੁੱਖਾਂ ਦੇ ਵਿੱਚ ਆ, ਬਿਮਾਰੀਆਂ ਦੇ ਵਿੱਚ ਆ, ਸਾਡਾ ਬਿਜ਼ਨਸ ਡਾਊਨ ਆ, ਸਾਡੇ ਕੰਮਕਾਰ ਵਿੱਚ ਵਾਧਾ ਨਹੀਂਗਾ, ਸਾਡੇ ਬੱਚੇ ਸਾਡੀ ਸੁਣਦੇ ਨੇਗੇ। ਬੰਦਾ ਪਰਮੇਸ਼ਰ ਕਹਿੰਦਾ ਆ, ਮੈਂ ਤੇਰਾ ਲੋਹੀ ਪਰਮੇਸ਼ਰ ਆ, ਮੈਂ ਤੇਰੀ ਦੇਖਭਾਲ ਕਰਨ ਵਾਲਾ ਤੇਰਾ ਯਹੋਵਾ ਜਰੀਆ, ਤੈਨੂੰ ਪਲ ਪਲ ਸੰਭਾਲ ਕੇ ਰੱਖਾਂਗਾ। ਪਰ ਕੀ ਆ, ਤੈਨੂੰ ਵਿਸ਼ਵਾਸ ਕਰਨਾ ਪੈਣਾ ਮੇਰੇ ਵਚਨ ਉੱਤੇ, ਜੋ ਵਚਨ ਦੇ ਧਾਰੀ ਹੋ ਕੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵਾਸ ਕਰ ਰਿਹਾ। ਹਾਲੇਲੂਇਆ। ਅੱਜ ਯੀਸ਼ੂ ਮਸੀਹ ਤੁਹਾਨੂੰ ਮਿਲਣ ਦੇ ਲਈ ਆਇਆ ਆ, ਉਹ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ ਆਇਆ। ਜਿਸ ਤਰ੍ਹਾਂ ਹਾਜ਼ਰਾ ਦੇ ਨਾਲ ਗੱਲਬਾਤ ਕੀਤੀ ਉਜਾੜ ਦੇ ਵਿੱਚ ਜਦੋਂ ਭਟਕਦੀ ਫਿਰਦੀ ਸੀਗੀ, ਇਸੇ ਤਰ੍ਹਾਂ ਆ ਯੀਸ਼ੂ ਮਸੀਹ ਤੁਹਾਡੇ ਕੋਲ ਆਇਆ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੇ ਲਈ। ਕਹਿੰਦਾ ਸਿਰਫ ਮੇਰੇ ਤੇ ਵਿਸ਼ਵਾਸ ਹੈ, ਜਿਹੜਾ ਮੇਰੇ ਤੇ ਵਿਸ਼ਵਾਸ ਰੱਖਦਾ ਆ ਮੈਂ ਉਹਨੂੰ ਕਦੀ ਲੱਜਤ ਨਹੀਂ ਹੋਣ ਦਊਂਗਾ, ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਸਮੇਂ ਤੋਂ ਪਹਿਲਾਂ ਆਉਂਦਾ ਨਹੀਂ ਔਰ ਸਮੇਂ ਤੋਂ ਖੁੰਝਦਾ ਨਹੀਂ। ਇਨਸਾਨ ਕਈ ਵੇਲੇ ਕਾਹਲੀ ਕਰ ਲੈਂਦਾ, ਇਸ ਤਰ੍ਹਾਂ ਹੋਣਾ ਚਾਹੀਦਾ। ਵਚਨ ਦੇ ਵਿੱਚ ਲਿਖਿਆ ਆ ਮੇਰਾ ਸਮਾਂ ਠਹਿਰਾਇਆ, ਹਰੇਕ ਚੀਜ਼ ਦਾ ਹਰੇਕ ਵੇਲੇ ਦਾ ਉਸਨੇ ਸਮਾਂ ਠਹਿਰਾਇਆ। ਸਿਰਫ ਸਾਨੂੰ ਧੀਰਜ ਕਰਨੀ ਪੈਣੀ, ਸਾਨੂੰ ਵਿਸ਼ਵਾਸ ਕਰਨਾ ਪੈਣਾ। ਜਦੋਂ ਅਸੀਂ ਆਪਣੇ ਉਧਾਰਕਰਤਾ ਦੇ ਉੱਤੇ, ਮੁਕਤੀਦਾਤਾ ਦੇ ਉੱਤੇ ਵਿਸ਼ਵਾਸ ਕਰਾਂਗੇ ਤਾਂ ਪਰਮੇਸ਼ਰ ਕਹਿੰਦਾ ਮੈਂ ਤੇਰੀ ਦੇਖਭਾਲ ਕਰੂੰਗਾ, ਮੈਂ ਤੇਰਾ ਯਹੋਵਾ ਜਰੀ ਹਾਂ। ਸਾਨੂੰ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਕਿ ਅਸੀਂ ਤਿਆਗੇ ਨਹੀਂ ਗਏ, ਉਸਨੇ ਸਾਨੂੰ ਛੱਡ ਨਹੀਂ ਦਿੱਤਾ। ਉਹ ਸਾਡੀ ਅਗਵਾਈ ਕਰਦਾ ਹੈ, ਸਾਡੇ ਪਲ ਪਲ ਤੇ ਅਗਵਾਈ ਕਰਦਾ ਹੈ, ਸਾਡੀ ਰਹਿਨੁਮਾਈ ਕਰਦਾ ਹੈ। ਸਿਰਫ ਅਸੀਂ ਕੀ ਕਰਨਾ, ਅੱਗੇ ਨੂੰ ਦੇਖਣਾ, ਅਸੀਂ ਪਿੱਛੇ ਨੂੰ ਨਹੀਂ ਦੇਖਣਾ। ਹਾਜ਼ਰਾ ਜਿਹੜੀ ਆ ਉਹ ਪਿੱਛੇ ਨੂੰ ਨਹੀਂ ਮੁੜ ਕੇ ਗਈ, ਮਿਸਰ ਦੇ ਵਿੱਚ ਨਹੀਂ ਗਈ ਕਿ ਮੈਨੂੰ ਸਾਰਾ ਨੇ ਕੱਢ ਦਿੱਤਾ ਆ ਬਾਹਰ। ਉਹ ਕਹਿੰਦੀ ਕਿ ਮੈਂ ਨਹੀਂ ਇਹਨੂੰ ਰੱਖਣਾ। ਉਹ ਪਿੱਛੇ ਨੂੰ ਨਹੀਂ ਗਈ, ਉਹ ਅੱਗੇ ਵੱਲ ਆਪਣੇ ਸ੍ਰਿਸ਼ਟੀਕਰਤਾ ਨੂੰ ਦੇਖ ਰਹੀ ਆ, ਆਪਣੇ ਉਧਾਰਕਰਤਾ ਨੂੰ ਦੇਖ ਰਹੀ ਆ, ਉਸ ਤੇ ਵਿਸ਼ਵਾਸ ਕਰ ਰਹੀ ਆ। ਅੱਜ ਅਸੀਂ ਵੀ ਪਿੱਛੇ ਨੂੰ ਨਹੀਂ ਦੇਖਣਾ, ਅਸੀਂ ਅੱਗੇ ਨੂੰ ਦੇਖਾਂਗੇ। ਪਰਮੇਸ਼ਰ ਕਹਿੰਦਾ ਵਚਨ ਵਿੱਚ ਲਿਖਿਆ ਹੋਇਆ ਲੂਕਾ ਦੀ ਇੰਜੀਲ ਚੈਪਟਰ 9 ਤੇ ਉਹਦੀ 62 ਦੇ ਵਿੱਚ ਲਿਖਿਆ ਹੈ, ਯੀਸ਼ੂ ਨੇ ਉਹਨੂੰ ਕਿਹਾ ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਂਹ ਨੂੰ ਦੇਖੇ ਤਾਂ ਉਹ ਪਰਮੇਸ਼ਰ ਦੇ ਯੋਗ ਨਹੀਂਗਾ। ਇਹ ਯੀਸ਼ੂ ਮਸੀਹ ਨੇ ਆਪਣੇ ਮੂੰਹ ਦੇ ਲਫ਼ਜ਼ ਆ। ਯੀਸ਼ੂ ਮਸੀਹ ਨੇ ਆਪ ਕਿਹਾ ਕਿ ਜੇ ਕੋਈ ਹਲ ਦੇ ਉੱਤੇ ਹੱਥ ਰੱਖ ਕੇ ਪਿੱਛੇ ਨੂੰ ਦੇਖਦਾ ਆ ਤਾਂ ਉਹ ਕੀ ਕਹਿੰਦਾ, ਮੇਰੇ ਪਿਤਾ ਦੇ ਯੋਗ ਨਹੀਂਗਾ। ਸੋ ਇਸ ਕਰਕੇ ਅਸੀਂ ਪਿਛਾਂਹ ਨੂੰ ਨਾ ਦੇਖੀਏ, ਅਸੀਂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰੀਏ, ਅਸੀਂ ਅੱਗੇ ਨੂੰ ਵੱਧਦੇ ਜਾਈਏ, ਅੱਗੇ ਨੂੰ ਦੇਖਦੇ ਰਹੀਏ। ਜਿਹੜਾ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦਾ ਆ ਉਹ ਪਿਛਾਂਹ ਨੂੰ ਨਹੀਂ ਦੇਖੇਗਾ। ਪਰਮੇਸ਼ਰ ਦੇ ਰਾਜ ਦੇ ਵਿੱਚ ਜੇ ਅਸੀਂ ਜਾਣਾ ਆ, ਆਪਣੇ ਪਰਮੇਸ਼ਰ ਵੱਲ ਸਿੱਧਾ ਸਟ੍ਰੇਟ ਦੇਖੀਏ। ਉਸ ਇਜ਼ਰਾਈਲ ਦੇ ਲੋਕਾਂ ਵਾਂਗੂ ਨਾ, ਜਦੋਂ ਅੱਗੇ ਲਾਲ ਸਮੁੰਦਰ ਆ ਗਿਆ, ਆਸੇ ਪਾਸੇ पहाड़ और पीछे फिरौन की सेना है। काबर गए, हैरान हो गए। परमेश्वर की कहता मैं तेरे लिए एक रास्ता बनावांगा, मैं तेरे लिए एक मार्ग तैयार करांगा, पर की तुसी मेरी वाल स्ट्रेट देखो। मूसा जिहड़ा अपने परमेश्वर वाल अखां लाई बैठा है। उसने मूसा ने कहा मूसा अपना टांगा मार, समुद्र जिहड़ा दो हिस्से हो गया। परमेश्वर कहना जिहड़ा मेरी वाल अपनी अखां ला के बैठा आ वो मेरे राज दे अधिकारी आ, पर जिहड़ा पिछां नूं देखदा आ वो मेरे राज दा अधिकारी नहीं गा। संत पौलुस की कहता है मैं अपनी पिछलियां गल्लां नूं भुल गया आ, मैं अपने पिछले कामां नूं भुल गया आ, मैं अगे नूं वधदा आ, अगे दीयां गल्लां नूं पछाणदा आ, अगे नूं वध के ਉਹਦੇ ਵਿੱਚ ਚੱਲਦਾ ਆ। पौलुस जो है वो लोगों नूं मरवा दिंदा सी,
ਲੋਕਾਂ ਨੂੰ ਮਰਵਾ ਦਿੰਦਾ ਸੀ, ਲੋਕਾਂ ਨੂੰ ਘਰੋਂ ਖਿੱਚ ਕੇ ਮਾਰਦਾ ਸੀ, ਲੋਕਾਂ ਨੂੰ ਕੀ ਕਰਦਾ ਸੀਗਾ, ਜੇਲ੍ਹਾਂ 'ਚ ਪਾ ਦਿੰਦਾ ਸੀਗਾ। ਇਸਤੀਫਾਨ ਦਾ ਦੇਖਦੇ ਹਾਂ, ਜਦੋਂ ਇਸਤੀਫਾਨ ਦੇ ਉੱਤੇ ਪੱਥਰ ਮਾਰਦੇ ਆ, ਇਸਤੀਫਾਨ ਨੂੰ ਜਦੋਂ ਮਾਰਿਆ ਗਿਆ ਤਾਂ ਪੌਲੁਸ ਜਿਹੜਾ ਆ ਉਸ ਜਗ੍ਹਾ ਦੇ ਉੱਤੇ ਸੀਗਾ। ਉਹ ਕਹਿੰਦਾ ਮੈਂ ਸਾਰੀਆਂ ਗੱਲਾਂ ਨੂੰ ਭੁੱਲ ਗਿਆ ਆ, ਮੈਂ ਸਾਰੀਆਂ ਗੱਲਾਂ ਨੂੰ ਛੱਡ ਦਿੱਤਾ ਆ, ਮੈਂ ਉਹਨਾਂ ਨੂੰ ਦੇਖਦਾ ਨਹੀਂ, ਮੈਂ ਪਿੱਛੇ ਨੂੰ ਨਹੀਂ ਦੇਖਦਾ। ਮੇਰੀਆਂ ਮੁਸ਼ਕਲਾਂ ਦੇ ਵਿੱਚ, ਮੇਰੀਆਂ ਪਰੇਸ਼ਾਨੀਆਂ ਦੇ ਵਿੱਚ ਮੈਂ ਉਹਨਾਂ ਗੱਲਾਂ ਨੂੰ, ਜਿੱਥੇ ਮੈਂ ਲੋਕਾਂ ਨੂੰ ਮਾਰਦਾ ਹੁੰਦਾ ਸੀ, ਕੁੱਟਦਾ ਹੁੰਦਾ ਸੀ, ਜੇਲ੍ਹਾਂ 'ਚ ਪਾ ਦਿੰਦਾ ਹੁੰਦਾ ਸੀਗਾ, ਮੈਂ ਉਹ ਭੁੱਲ ਗਿਆ ਆ। ਕਿਉਂ? ਕਿਉਂਕਿ ਮੇਰੇ ਪਰਮੇਸ਼ਰ ਨੇ ਮੈਨੂੰ ਮਾਫ ਕਰ ਦਿੱਤਾ ਆ, ਪਰਮੇਸ਼ਰ ਨੇ ਮੇਰੇ ਤੇ ਦਇਆ ਕੀਤੀ ਆ, ਯਿਸੂ ਮਸੀਹ ਨੇ ਮੈਨੂੰ ਮਾਫ ਕਰ ਦਿੱਤਾ ਆ, ਮੈਂ ਉਸ ਦੀ ਵੱਲ ਦੇਖਦਾ ਆ। ਯਿਸੂ ਮਸੀਹ ਕੀ ਕਹਿੰਦਾ ਆ, ਜਦੋਂ ਤੁਸੀਂ ਮੇਰੀ ਵੱਲ ਦੇਖੋਗੇ ਤਾਂ ਮੈਂ ਤੁਹਾਡੇ ਲਈ ਇੱਕ ਮਹਾਨ ਕੰਮ ਕਰਾਂਗਾ, ਇੱਕ ਮਹਾਨ ਕੰਮ ਕਰਾਂਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਮੈਂ ਤੁਹਾਡੇ ਲਈ ਇੱਕ ਯੋਜਨਾ ਬਣਾਈ ਹੋਈ ਆ, ਤੁਹਾਡੇ ਲਈ ਇੱਕ ਮੈਂ ਚੰਗੇ ਪਲਾਨ ਬਣਾ ਕੇ ਰੱਖੀ ਹੋਈ ਆ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਪਲਾਨ ਬਣਾ ਕੇ ਰੱਖੇ ਹੋਏ ਆ, ਖਾਸ ਕਰਕੇ ਮਾਵਾਂ ਜਿਹੜੀਆਂ ਆ ਆਪਣੀਆਂ ਧੀਆਂ ਦੇ ਲਈ ਜਦੋਂ ਵੱਡੀਆਂ ਹੋ ਜਾਂਦੀਆਂ ਤਾਂ ਉਹਨਾਂ ਦੇ ਲਈ ਸਮਾਨ ਬਣਾ ਕੇ ਰੱਖਦੀਆਂ, ਉਹ ਆਪਣੀ ਬੇਟੀ ਦੇ ਪਲਾਨ ਬਣਾ ਕੇ ਰੱਖਦੀਆਂ ਆ ਕਿ ਨਹੀਂ ਮੇਰੀ ਬੱਚੀ ਨੂੰ ਗਾਂ ਜਾ ਕੇ ਇਹਦੀ ਜ਼ਰੂਰਤ ਆ। ਮਾਂ-ਬਾਪ ਜਿਹੜਾ ਆ ਉਹ ਆਪਣੇ ਬੱਚਿਆਂ ਦੇ ਪਲਾਨ ਬਣਾ ਕੇ ਰੱਖਦਾ ਆ। ਜੇ ਤੁਸੀਂ ਦੁਨੀਆਦਾਰੀ ਦੇ ਮਾਂ-ਬਾਪ ਹੋ ਕੇ ਆਪਣੇ ਬੱਚੇ ਲਈ ਪਲਾਨ ਬਣਾ ਸਕਦੇ ਆ, ਉਹ ਕਹਿੰਦਾ ਮੇਰੀ ਯੋਜਨਾ ਤੁਹਾਡੇ ਲਈ ਲਾਭਦਾਇਕ ਆ, ਮੇਰੀ ਯੋਜਨਾ ਤੁਹਾਡੇ ਲਈ ਫਾਇਦੇਮੰਦ ਆ। ਕਿਉਂ? ਕਿਉਂਕਿ ਮੈਂ ਤੁਹਾਨੂੰ ਆਪਣੇ ਖੂਨ ਦੇ ਨਾਲ ਖਰੀਦ ਲਿਆ ਆ। ਸਿਰਫ ਤੇ ਸਿਰਫ ਮੇਰੇ ਵਚਨ ਨੂੰ ਸੁਣੋ, ਉਸ ਉੱਤੇ ਵਿਸ਼ਵਾਸ ਕਰੋ। ਜਿਹੜਾ ਵਿਸ਼ਵਾਸ ਕਰਦਾ ਆ ਉਹ ਫਲਦਾਇਕ ਤੇ ਫਲਦਾਇਕ ਹੋਵੇਗਾ। ਹਾਲੇਲੂਇਆ। ਆइए सब खड़े हो जाइए। प्यारे प्रभु यीशु मसीह जी, ਤੁਹਾਡੇ ਅਸੀਂ ਭਵਨ ਦੇ ਵਿੱਚ ਤੁਹਾਡੇ ਵਚਨ 'ਚ ਲਿਖਿਆ, ਆਦਿ ਵਿੱਚ ਸ਼ਬਦ ਸੀ, ਸ਼ਬਦ परमेश्वर के संग ਸੀ और शब्द ही परमेश्वर से, वचन ही परमेश्वर है और वचन चलाया साडियां जिंदगियां दे विच वास करता है। वो वचन ही सानू बल, ताकत और अपनी सामर्थ दिंदा है। प्रभु यीशु मसीह जी, जिन्ने भी असीं इस जगह ते हैं, तेरी हजूरी इस जगह ते है। तेरे वचन च लिखे जिहड़ा विश्वास करता है ਉਹਦੇ ਲਈ ਸਾਰੀਆਂ ਚੀਜ਼ਾਂ ਭਲਾਈ ਪੈਦਾ ਕਰਦੀਆਂ। तेरा शुक्र, तेरा धन्यवाद है। इस मंडली के उत्ते तेरी सदा तो सदा तक दया, रहम, तरस, तेरी भलाई, तेरी कृपा बनी रहे, क्योंकि तू जिंदा, पाक और पवित्र है। तेरे वचन च लिखिया है जिहड़ा विश्वास करता मेरे वचन ते वो इस भवन दे विचों कदी खाली नहीं जाऊगा, क्योंकि तू अपने कलाम नूं भेजदा है, लोग चंगे होंदे आ। तू अपने कलाम नूं भेजदा है, चंगाई मिलदी आ। तू अपने कलाम नूं भेजदा है, शांति मिलदी आ। तू अपने कलाम नूं भेजदा है, आशीष ते बरकत मिलदी आ। जिन्ने भी असीं तेरे भवन दे विच एक एक उत्ते तेरी मस्सा, तेरे मस्सा हथ बनिया रहे। प्रभु तेरा हाथ छोटा नहीं है जो इन्हां दे सिरां उत्ते ना आ सके। तेरा हाथ इन्हां दे सिरां उत्ते होए, तेरा अनुग्रह इन्हां दे उत्ते बनिया रहे। खास करके प्रभु जी अज दी मीटिंग नूं, वर्शिप नूं, जिन्हां ने वर्शिप कीती है, जिन्हां ने साज बजाया, तेरा हाथ उन्हां दे हत्थां नूं ब्लैस करे, उन्हां दी आवाज़ां नूं प्रभु जी छू,
ਉਹਨਾਂ ਦੀ ਆਵਾਜ਼ਾਂ ਦੇ ਵਿੱਚ ਪ੍ਰਭੂ ਜੀ ਤੇਰਾ ਮਸਾ ਹੋ ਜਾਵੇ। ਜਦੋਂ ਵਰਸ਼ਿਪ ਹੋਵੇ, ਮਿਊਜ਼ਿਕ ਵਜਾਉਣ, ਪ੍ਰਭੂ ਤੂੰ ਆਪਣੇ ਸਿੰਘਾਸਨ ਨੂੰ ਛੱਡ ਕੇ ਸਾਡੇ ਵਿੱਚ ਆ ਜਾਣਾ ਆ ਔਰ ਤੇਰਾ ਮਸਾ ਸਾਡੀਆਂ ਜ਼ਿੰਦਗੀਆਂ 'ਚ ਬਣਿਆ ਰਹੇ। ਪ੍ਰਭੂ ਜਿਸ ਤਰ੍ਹਾਂ ਤੂੰ ਸਾਨੂੰ ਪਿਛਲੀ ਵੀਕ ਸੰਭਾਲ ਕੇ ਰੱਖਿਆ, ਤੇਰਾ ਧੰਨਵਾਦ ਕਰਦੇ ਹਾਂ। ਨਵੀਂ ਵੀਕ 'ਚ ਬਲੈਸ ਕਰਨਾ, ਇੱਕ ਇੱਕ ਨੂੰ ਆਪਣੇ ਮੱਸਾਂ ਦੇ ਵਿੱਚ, ਆਪਣੀ ਅਨੋਇੰਟਿੰਗ ਦੇ ਵਿੱਚ, ਆਪਣੇ ਖੂਨ ਦੇ ਵਿੱਚ ਸੰਭਾਲ ਕੇ ਰੱਖਣਾ, ਹਰੇਕ ਅਧਿਕਾਰ ਦੀ ਸ਼ਕਤੀ ਤੋਂ ਬਚਾ ਕੇ ਰੱਖਣਾ। ਪ੍ਰਭੂ ਯੀਸ਼ੂ ਮਸੀਹ ਜੀ तेरे वचन च लिखा अपने मुंह ਨੂੰ वंड और मैं तेरे मुंह ਨੂੰ भर दूंगा। मैं इस कलीसिया दे लिए तेरे को प्रभु जी मंगती हाँ कि न बच्चों दे तेरा अनुग्रह और आशीष बनी रहे, यीशु के नाम दे आमीन। हे सारे पिता, तू जो आसमान दी है, तेरा नाम पाक माना जाए, तेरा राज आए, तेरी मर्जी आसमान ते पूरी होंदी है, जमीन उत्ते भी होवे। साडे रोज़ दी रोटी आसन दे ते साडे कसूर सानू माफ कर, जिवें असीं भी अपने कसूरवारां नूं माफ करते हैं। सानू आज़माइश च न पा, सगों बुराई से बचा, क्योंकि बादशाह कुदरत जलाल हमेशा सदा तेरी है आमीन। प्रभु यीशु मसीह दी कृपा, परमेश्वर दा प्रेम आदि पवित्र आत्मा दी संगति तुसां सबना दे नाल